ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਕਿਸਾਨ ਅੰਦੋਲਨ ਬਾਰੇ ਚਰਚਾ ਕਰਾਂਗੇ ਕਿ ਇਸ ਦਾ ਭਵਿੱਖ ਕੀ ਹੋਵੇਗਾ, ਇਹ ਸਫਲ ਹੋਵੇਗਾ ਜਾਂ ਨਹੀਂ ਹੋਵੇਗਾ। ਇਹ ਜੋ ਮੋਰਚਾ ਲੱਗਾ ਹੈ, ਇਹ ਅਸੀਂ ਆਪਣੀ ਜ਼ਿੰਦਗੀ ਦਾ ਪਹਿਲਾ ਮੋਰਚਾ ਦੇਖ ਰਹੇ ਹਾਂ ਕਿ ਜਿਸ ਵਿੱਚ ਪੂਰੇ ਭਾਰਤ ਦੇ ਲੋਕਾਂ ਦੀ ਸ਼ਮੂਲੀਅਤ ਹੈ ਔਰ ਇਹ ਅੰਦੋਲਨ ਸ਼ਾਂਤਮਈ ਹੈ। ਇਹ ਆਪਣੀ ਰੋਜ਼ੀ ਰੋਟੀ ਦਾ ਵੀ ਮਸਲਾ ਹੈ ਕਿ ਸਾਡੀ ਪਲੇਟ ਦੇ ਵਿੱਚੋਂ, ਚਾਹੇ ਅਸੀਂ ਗਰੀਬ ਹਾਂ, ਚਾਹੇ ਮੱਧ ਸ਼੍ਰੇਣੀ ਦੇ ਹਾਂ, ਚਾਹੇ ਅਸੀਂ ਕਿਸੇ ਵੀ ਕਾਰੋਬਾਰ ਵਿੱਚ ਹਾਂ, ਉਹਨਾਂ ਦੀ ਥਾਲੀ ਵਿੱਚੋਂ ਰੋਟੀ ਜਿਹੜੀ ਖਿਸਕਾ ਕੇ ਉਹ ਅਡਾਨੀ ਅਬਾਨੀ ਦੇ ਢਿੱਡ ਦੇ ਵਿੱਚ ਪਾਈ ਜਾ ਰਹੀ ਹੈ। ਦੂਸਰਾ ਮਸਲਾ ਇਹ ਵੀ ਹੈ ਕਿ ਜੋ ਕਾਲੇ ਕਾਨੂੰਨ ਖੇਤੀ ਬਾਰੇ ਬਣਾਏ ਗਏ ਨੇ, ਉਹ ਵਿਸ਼ਾ ਰਾਜਾਂ ਦਾ ਵਿਸ਼ਾ ਹੈ, ਪਰ ਉਹਦੇ ਵਿੱਚ ਕੇਂਦਰ ਨੇ ਆਪਣੇ ਕਾਲੇ ਕਾਨੂੰਨ ਥੋਪ ਕੇ ਇਸ ਨੂੰ ਅਗਵਾ ਕਰ ਲਿਆ। ਅਰਥਾਤ ਰਾਜਾਂ ਦੇ ਜਿਹੜੇ ਅਧਿਕਾਰ ਸੀ ਉਹ ਖਤਮ ਕਰ ਦਿੱਤੇ ਗਏ। ਜਿਵੇਂ ਅੰਗਰੇਜ਼ ਇੱਕ ਸਟੇਟ ਨੂੰ, ਇੱਕ ਪ੍ਰਾਂਤ ਨੂੰ ਆਪਣਾ ਬਸਤੀ ਬਣਾ ਕੇ ਰੱਖਣਾ ਚਾਹੁੰਦੇ ਸਨ ਜਾਂ ਪੂਰੇ ਰਾਜ ਨੂੰ ਬਸਤੀ ਬਣਾ ਕੇ ਰੱਖਣਾ ਚਾਹੁੰਦੇ ਸਨ, ਉਹੀ ਕਾਰਵਾਈ ਇੱਥੇ ਹੋ ਰਹੀ ਹੈ। ਚਾਹੇ ਪੰਜਾਬ ਦੇ ਨਾਲ ਦਰਿਆਈ ਕਾਨੂੰਨ ਦਾ ਮਸਲਾ ਹੋਵੇ, ਚਾਹੇ ਰਾਜਧਾਨੀ ਦਾ ਮਸਲਾ ਹੋਵੇ, ਚਾਹੇ ਉਹ ਬੋਲੀ ਦਾ ਮਸਲਾ ਹੋਵੇ, ਉਹਦੇ ਵਿੱਚ ਜਿਹੜੀਆਂ ਵੀ ਰਣਨੀਤੀਆਂ ਅਪਣਾਈਆਂ ਗਈਆਂ ਹਨ ਉਹ ਸਾਰੀਆਂ ਦੀ ਸਾਰੀਆਂ ਬਸਤੀਵਾਦੀ ਨੀਤੀਆਂ ਦੀ ਉਪਜ ਹਨ। ਇਹ ਜੋ ਮਸਲਾ ਹੈ ਖੇਤੀ ਕਾਨੂੰਨਾਂ ਦਾ, ਇਹ ਸਮੁੱਚੇ ਭਾਰਤ ਦੇ ਲੋਕਾਂ ਦਾ ਮਸਲਾ ਹੈ। ਇਹ ਕਿਸੇ ਇੱਕ ਧਰਮ ਦਾ ਮਸਲਾ ਨਹੀਂ ਹੈ, ਪਰ ਇਹ ਵੀ ਯਕੀਨ ਕਰਨਾ ਜ਼ਰੂਰੀ ਹੈ ਕਿ ਇਹ ਅਗਵਾਈ ਪੰਜਾਬ ਨੇ ਕੀਤੀ ਹੈ। ਪੰਜਾਬ ਤੋਂ ਬਾਅਦ ਹਰਿਆਣੇ ਦਾ ਸਹਿਯੋਗ ਮਿਲਿਆ ਤੇ ਹੌਲੀ ਹੌਲੀ ਇਹ ਜਿਹੜਾ ਮੋਰਚਾ ਲੋਕਾਂ ਦਾ ਮੋਰਚਾ ਬਣਿਆ ਹੈ। ਤੇ ਸਭ ਤੋਂ ਵੱਡੀ ਇਸ ਦੀ ਤਾਕਤ ਜਿਹੜੀ ਹੈ ਉਹ ਸਿੱਖ ਧਰਮ ਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਠੀਕ ਹੈ, ਖੱਬੇ ਪੱਖੀਆਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ, ਖੱਬੇ ਪੱਖੀਆਂ ਦੇ ਲੀਡਰ ਨੇ, ਉਹ ਇਸ ਦੀ ਅਗਵਾਈ ਕਰ ਰਹੇ ਨੇ, ਪਰ ਜੋ ਆਵਾਮ ਹੈ, ਜੋ ਨੈਟਵਰਕ ਹੈ, ਉਹ ਸਿੱਖ ਧਰਮ ਦਾ ਹੈ। ਔਰ ਸਿੱਖ ਧਰਮ ਵਿੱਚ ਖਾਲਸਾ ਏਡ ਨੇ, ਅਖੰਡ ਕੀਰਤਨੀ ਜਥਾ ਹੈ, ਅਨੇਕਾਂ ਤਰ੍ਹਾਂ ਦੀਆਂ ਜਥੇਬੰਦੀਆਂ ਹਨ ਜੋ ਉੱਥੇ ਭਾਈ ਕਨਈਏ ਵਾਲਾ ਰੋਲ ਨਿਭਾ ਰਹੀਆਂ ਹਨ, ਲੰਗਰ ਪ੍ਰਸ਼ਾਦੇ ਦਾ ਇੰਤਜ਼ਾਮ ਕਰ ਰਹੀਆਂ ਨੇ, ਹਰੇਕ ਤਰ੍ਹਾਂ ਦੀਆਂ ਲੋਕ ਸਹੂਲਤਾਂ ਦਾ ਇੰਤਜ਼ਾਮ ਕਰ ਰਹੀਆਂ ਨੇ। ਔਰ ਇਹ ਇੱਕ ਵੱਡੀ ਤਾਕਤ ਹੈ ਕਿਉਂਕਿ ਸਿੱਖ ਧਰਮ ਅਜਿਹਾ ਧਰਮ ਹੈ ਜੋ ਕਿਸਾਨੀ ਅੰਦੋਲਨ ਦੀ ਉਪਜ ਹੈ। ਕਿਸਾਨੀ ਅੰਦੋਲਨ ਜਿਹੜਾ ਸਭ ਤੋਂ ਵੱਡਾ ਕਿਸਾਨ ਲੀਡਰ ਹੈ ਪੂਰੇ ਭਾਰਤ ਦਾ, ਉਹ ਗੁਰੂ ਨਾਨਕ ਸਾਹਿਬ ਹੋਏ ਨੇ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਿਸ ਧਰਮ ਦੀ ਸਥਾਪਨਾ ਕੀਤੀ ਹੈ ਉਸ ਦਾ ਮੁੱਢਲਾ ਅਸੂਲ ਜੋ ਹੈ ਉਹ ਕਿਰਤ ਕਰੋ ਹੈ। ਔਰ ਕਿਰਤ ਦੇ ਵਿੱਚੋਂ ਜਿਹੜੀ ਹੈ ਉਹ ਵੰਚਿਤ ਭਾਈਚਾਰਾ ਔਰ ਜਿਹੜੇ ਕਿਸਾਨ ਨੇ ਉਹਨਾਂ ਦੀ ਰੱਖਿਆ ਦੇ ਲਈ ਜਿਹੜੇ ਗੁਰੂ ਨਾਨਕ ਸਾਹਿਬ ਖੁਦ ਨਿਤਰਦੇ ਨੇ, ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਨੇ, ਆਪਣੇ ਆਪ ਨੂੰ ਉਹਨਾਂ ਦਾ ਢਾਡੀ ਆਖਦੇ ਨੇ। ਔਰ ਸਮੁੱਚੀ ਗੁਰੂ ਸਾਹਿਬਾਨ ਦੀ ਲਹਿਰ ਜਿਹੜੀ ਹੈ ਉਹ ਕਿਸਾਨ ਅੰਦੋਲਨ ਹੀ ਹੈ। ਔਰ ਕਿਰਸਾਨੀ ਹੀ ਜਿਹੜੀ ਹੈ ਉਹ ਮਨੁੱਖਤਾ ਦੀ ਜਿਹੜੀ ਆ ਰਾਖੀ ਕਰਦੀ ਹੈ, ਮਨੁੱਖਤਾ ਦੇ ਹੱਕਾਂ ਦੇ ਲਈ ਉੱਠਦੀ ਹੈ। ਤੇ ਕਿਸਾਨਾਂ ਦੇ ਵਿੱਚੋਂ ਹੀ ਜਿਹੜਾ ਸਿੱਖ ਧਰਮ ਦਾ ਅੰਦੋਲਨ ਉੱਠਿਆ। ਕਿਰਸਾਨੀ ਹੀ ਵੰਚਿਤ ਭਾਈਚਾਰਾ ਇੱਕ ਦੂਜੇ ਵਿੱਚ ਸ਼ਾਮਲ ਨੇ। ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦਾ ਅੰਦੋਲਨ ਉੱਠਿਆ, ਜਿਹੜੇ ਕਿਸਾਨਾਂ ਨੂੰ ਅਧਿਕਾਰ ਮਿਲੇ ਔਰ ਵੱਡੇ ਵੱਡੇ ਜ਼ਗੀਰਦਾਰਾਂ ਕੋਲੋਂ ਜਿਨ੍ਹਾਂ ਨੇ ਕਬਜ਼ੇ ਕੀਤੇ ਹੋਏ ਸਨ ਲੋਕ ਹਿੱਤਾਂ ਤੇ, ਉਹਨਾਂ ਕੋਲੋਂ ਖੋ ਕੇ ਬਰਾਬਰੀ ਦੀ ਵੰਡ ਕੀਤੀ ਗਈ ਔਰ ਹਰੇਕ ਨੂੰ ਜਿਹੜਾ ਹੈ ਆਪਣੇ ਅਧਿਕਾਰ ਦਿੱਤੇ ਗਏ। ਖੇਤੀ ਕਰਨ ਦਾ ਜਿਹੜਾ ਹੈ ਉਹ ਇੱਕ ਜਿਹੜਾ ਖੇਤੀ ਕਰਨ ਦਾ ਜਿਹੜਾ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਔਰ ਬਰਾਬਰੀ ਦੀ ਵੰਡ ਕੀਤੀ ਗਈ। ਇਹ ਸਭ ਤੋਂ ਵੱਡਾ ਅੰਦੋਲਨ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਪ੍ਰਗਟ ਹੋਇਆ। ਫਰਾਂਸ ਦੀ ਕ੍ਰਾਂਤੀ ਔਰ ਮਾਰਕਸਵਾਦ ਦੀ ਕ੍ਰਾਂਤੀ ਇਹ ਬਹੁਤ ਬਾਅਦ ਵਿੱਚ ਪ੍ਰਗਟ ਹੋਈ, ਪਰ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਕ੍ਰਾਂਤੀ ਸੀ ਉਹ ਲੋਕ ਇਨਕਲਾਬ ਸੀ, ਉਹ ਲੋਕ ਹਿੱਤਾਂ ਦਾ ਇਨਕਲਾਬ ਸੀ,
ਉਹ ਜਾਤੀਵਾਦ ਦੇ ਵਿਰੁੱਧ ਇੱਕ ਵੱਡਾ ਅੰਦੋਲਨ ਸੀ, ਜਿਹਦੇ ਵਿੱਚ ਸਾਂਝੀਵਾਲਤਾ ਦੀ ਜਿਹੜੀ ਵਿਚਾਰਧਾਰਾ ਪ੍ਰਗਟ ਹੁੰਦੀ ਸੀ, ਜਿਸ ਦੀ ਨੀਂਹ ਜਿਹੜੀ ਹੈ ਗੁਰੂ ਸਾਹਿਬਾਨਾਂ ਨੇ ਰੱਖੀ ਸੀ। ਹੁਣ ਜਿਹੜੀ ਅੰਦੋਲਨ ਦੀ ਜਿਹੜੀ ਗੱਲਬਾਤ ਅੱਗੇ ਚੱਲ ਰਹੀ ਹੈ, ਲੋਕਾਂ ਦੇ ਮਨ ਵਿੱਚ ਸ਼ੰਕਾ ਉੱਠ ਰਹੀ ਹੈ ਕਿ ਇਹ ਅੰਦੋਲਨ ਸਫਲ ਹੋਏਗਾ ਜਾਂ ਨਹੀਂ ਹੋਏਗਾ। ਸਰਕਾਰ ਇਹ ਤੇ ਵੱਡਾ ਆਪਰੇਸ਼ਨ ਕਰਨ ਜਾ ਰਹੀ ਹੈ। ਇਸ ਦੇ ਬਾਰੇ ਵਿੱਚ ਇੱਕ ਜਿਹੜੇ ਪੱਤਰਕਾਰ ਨੇ ਗੁਰਚਰਨ ਸਿੰਘ ਬੱਬਰ ਦਿੱਲੀ ਤੋਂ, ਉਹਨਾਂ ਨੇ ਇਹ ਸ਼ੰਕਾ ਪ੍ਰਗਟਾਈ ਹੈ ਇਹਦੇ ਤੇ ਬਹੁਤ ਵੱਡੀ ਕਾਰਵਾਈ ਹੋਣ ਜਾ ਰਹੀ ਹੈ, ਫੌਜੀ ਕਾਰਵਾਈ ਹੋਏਗੀ ਜਾਂ ਪੁਲਿਸ ਜਿਹੜੀ ਹੈ ਉਹ ਕਾਰਵਾਈ ਕਰਕੇ ਇਸ ਅੰਦੋਲਨ ਨੂੰ ਫੇਲ ਕਰ ਦੇਗੀ। ਜੇਕਰ ਇਹ ਸਾਰੀਆਂ ਸਥਿਤੀਆਂ ਨੂੰ ਦੇਖਿਆ ਜਾਵੇ ਤਾਂ ਮੋਦੀ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲਏਗੀ। ਅੱਜ ਵੀ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਹੈ ਕਿ ਕਾਨੂੰਨ ਵਾਪਸ ਨਹੀਂ ਲੈ ਜਾਣਾ, ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਔਰ ਟੋਟਲੀ ਜੋ ਭਾਰਤ ਦਾ ਮੀਡੀਆ ਹੈ ਉਹ ਇੱਕ ਗੋਦੀ ਮੀਡੀਆ ਬਣ ਚੁੱਕਾ ਹੈ। ਜੋ ਸਰਕਾਰ ਸਿਰਜਣਾ ਚਾਹੁੰਦੀ ਹੈ ਉਹੀ ਜਿਹੜਾ ਹੈ ਮੀਡੀਆ ਸਿਰਜਣਾ ਚਾਹੁੰਦਾ ਹੈ। ਉਹ ਕਦੇ ਇਸ ਨੂੰ ਖਾਲਿਸਤਾਨ ਦੇ ਨਾਂ ਤੇ ਬਦਨਾਮ ਕਰ ਰਿਹਾ, ਕਦੇ ਇਹਨਾਂ ਨੂੰ ਨਕਸਲਾਈਟ ਲੋਕਾਂ ਦੇ ਨਾਂ ਤੇ ਬਦਨਾਮ ਕਰ ਰਿਹਾ ਕਿ ਇਹ ਉਹ ਲੋਕ ਨੇ ਕਿ ਜਿਹੜਾ ਇਹਦੇ ਵਿੱਚ ਅਰਾਜਕਤਾ ਫੈਲਾਉਣ ਜਾ ਰਹੇ ਨੇ, ਸਰਕਾਰ ਵਿਰੁੱਧ ਅਰਾਜਕਤਾ ਫੈਲਾ ਰਹੇ ਨੇ। ਇਹਨਾਂ ਪਿੱਛੇ ਚੀਨ ਦਾ ਹੱਥ ਹੈ, ਇਹਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਇਹੋ ਜਿਹੀਆਂ ਵਾਹਿਯਾਤ ਗੱਲਾਂ ਜਿਹੜੀਆਂ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤੀਆਂ ਜਾ ਰਹੀਆਂ। ਪਰ ਸਿਆਣਪ ਸਾਡੀ ਲੀਡਰਸ਼ਿਪ ਵਿੱਚ ਹੋਣੀ ਚਾਹੀਦੀ ਹੈ। ਜਦੋਂ ਵੀ ਕੋਈ ਅੰਦੋਲਨ ਦੀ ਹਾਰ ਹੁੰਦੀ ਹੈ, ਜੇ ਅਸੀਂ ਇਹ ਸਾਰੇ ਅੰਦੋਲਨਾਂ ਦਾ ਇਤਿਹਾਸ ਵੀ ਪੜ੍ਹ ਲਈਏ ਤਾਂ ਹਾਰਨ ਦਾ ਕਾਰਨ ਇਹ ਹੁੰਦਾ ਹੈ ਕਿ ਲੀਡਰ ਵਿਕ ਗਏ ਜਾਂ ਲੀਡਰ ਡੱਗ ਮਗਾ ਗਏ। ਲੋਕ ਕਦੇ ਡੱਗ ਮਗਾਉਂਦੇ ਨਹੀਂ। ਲੋਕ ਇੱਕ ਫੌਜ ਹੁੰਦੇ ਨੇ ਤੇ ਜਿਹੜੇ ਫੌਜ ਨੂੰ ਭੀੜਾਂ ਬਣਾਉਣ ਵਾਲੇ ਲੀਡਰ ਹੁੰਦੇ ਨੇ। ਜਦੋਂ ਲੋਕ ਭੀੜ ਵਿੱਚ ਬਦਲ ਜਾਂਦੇ ਨੇ, ਉਹ ਹਿੰਸਾ ਵੱਲ ਚਲੇ ਜਾਂਦੇ ਨੇ ਤੇ ਜਾਂ ਉਹ ਖਿੰਡ ਜਾਂਦੇ ਨੇ। ਭੀੜਾਂ ਜਾਂ ਖਿੰਡਦੀਆਂ ਨੇ ਜਾਂ ਉਹ ਹਿੰਸਾ ਵਿੱਚ ਜਾਂਦੀਆਂ ਨੇ। ਅੰਦੋਲਨਾਂ ਦੀ ਜਿਹੜੇ ਸ਼ਾਂਤਮਈ ਅੰਦੋਲਨ ਹੁੰਦੇ, ਉਹਨਾਂ ਦੀ ਸਫਲਤਾ ਦਾ ਇੱਕੋ ਇੱਕ ਕਾਰਨ ਹੁੰਦਾ ਹੈ ਕਿ ਉਹਨਾਂ ਦੇ ਲੀਡਰ ਦ੍ਰਿੜ ਰਹਿਣ, ਤੇ ਦੂਸਰਾ ਇਹ ਹੁੰਦਾ ਹੈ ਕਿ ਲੋਕ ਜਿਹੜੇ ਨੇ ਉਹ ਸ਼ਾਂਤਮਈ ਰਹਿਣ, ਲੀਡਰਾਂ ਦੇ ਆਖੇ ਵਿੱਚ ਰਹਿਣ। ਜਦੋਂ ਲੋਕ ਆਪਣੇ ਲੀਡਰਸ਼ਿਪ ਦੇ ਆਖੇ ਵਿੱਚ ਰਹਿੰਦੇ ਨੇ, ਲੀਡਰਾਂ ਦੇ ਹੁਕਮ ਵਿੱਚ ਰਹਿੰਦੇ ਨੇ, ਤਾਂ ਇਹ ਅੰਦੋਲਨ ਕਦੇ ਫੇਲ ਨਹੀਂ ਹੁੰਦੇ। ਸਰਕਾਰਾਂ ਵੀ ਜਿਹੜੀਆਂ ਗੋਡੇ ਟੇਕ ਦਿੰਦੀਆਂ, ਸਰਕਾਰਾਂ ਦੇ ਪ੍ਰਵਚਨ ਜਿਹੜੇ ਨੇ ਉਹ ਬਦਲ ਜਾਂਦੇ ਨੇ। ਅੱਜ ਜਿਹੜਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਜੋ ਨਿਸ਼ਾਨ ਸਾਹਿਬ ਬਾਰੇ ਗੱਲਾਂ ਕਹੀਆਂ ਨੇ, ਜੋ ਉਹਨਾਂ ਨੇ ਬੇਅੰਤ ਸਿੰਘ ਜਿਹਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ, ਉਹਦੀ ਸਿਫਤ ਵਿੱਚ ਗੱਲ ਕਹੀ ਹੈ, ਉਹ ਸਿੱਖ ਭਾਈਚਾਰੇ ਨੂੰ ਬਹੁਤ ਚੁੱਭੀ ਹੈ। ਧਰਮ ਅਜਿਹਾ ਮਸਲਾ ਹੁੰਦਾ ਹੈ ਕਿ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਦੇ ਕਿ ਉਹਨਾਂ ਦੇ ਧਰਮ ਤੇ ਟਿੱਪਣੀ ਕੀਤੀ ਜਾਵੇ। ਹੁਣ ਜਿਹੜਾ ਸਿੱਖ ਧਰਮ ਹੈ, ਜੇਕਰ ਉਸ ਦੇ ਨਿਸ਼ਾਨ ਸਾਹਿਬਾਂ ਤੇ ਟਿੱਪਣੀ ਹੁੰਦੀ ਹੈ ਤਾਂ ਇਹ ਗੱਲਾਂ ਬਰਦਾਸ਼ਤਯੋਗ ਨਹੀਂ ਹੋਣਗੀਆਂ। ਇਹ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕਾਰਵਾਈਆਂ ਹੋਣਗੀਆਂ ਤੇ ਲੀਡਰਾਂ ਤੇ ਵੀ ਸ਼ੱਕ ਪੈਦਾ ਹੋਏਗਾ ਕਿ ਉਹ ਸਰਕਾਰ ਦੇ ਹੱਥ ਵਿੱਚ ਤੇ ਨਹੀਂ ਖੇਡ ਰਹੇ, ਕਿ ਉਹ ਅੰਦੋਲਨ ਨੂੰ ਕਮਜ਼ੋਰ ਤੇ ਨਹੀਂ ਕਰ ਰਹੇ। ਸੋ ਲੀਡਰਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਤੇ ਇਹ ਸਮਝਣ ਦਾ ਵੀ ਉਹਨਾਂ ਦਾ ਮਸਲਾ ਹੈ ਕਿ ਸਿੱਖ ਧਰਮ ਅਜਿਹੀ ਜਿਹੜੀ ਹੈ ਕੌਮ ਹੈ ਜਿਨ੍ਹਾਂ ਨੇ ਕਦੇ ਵੀ ਪਿੱਠ ਨਹੀਂ ਦਿਖਾਈ, ਜਿਨ੍ਹਾਂ ਨੇ ਆਪਣਾ ਜੁਝਾਰੂ ਇਤਿਹਾਸ ਸਿਰਜਿਆ ਹੈ ਤੇ ਇਮਾਨਦਾਰੀ ਨਾਲ ਰੋਲ ਨਿਭਾਇਆ ਸਰਬੱਤ ਦੇ ਭਲੇ ਦੇ ਹੱਕ ਵਿੱਚ, ਸਾਂਝੀਵਾਲਤਾ ਦੇ ਹੱਕ ਵਿੱਚ। ਉਸ ਨੂੰ ਖਾਲਿਸਤਾਨ ਦੇ ਨਾਂ ਤੇ ਬਦਨਾਮ ਕਰਨਾ ਔਰ ਉਹਨਾਂ ਦੇ ਧਰਮ ਦੇ ਜੋ ਪਹਿਰਾ ਦੇ ਰਹੇ ਨੇ, ਧਰਮ ਪ੍ਰਤੀ ਉਹ ਆਪਣੀ ਪ੍ਰਤੀਬੱਧਤਾ ਵਿਸ਼ਵਾਸ ਰੱਖ ਰਹੇ ਨੇ, ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਇੱਕ ਕਮਿਊਨਿਸਟਾਂ ਦੇ ਇੱਕ ਧੜੇ ਵੱਲੋਂ ਉਹਨਾਂ ਨੂੰ ਬਦਨਾਮ ਕੀਤਾ ਜਾਣਾ, ਇਹ ਇੱਕ ਘਟੀਆ ਕਾਰਵਾਈਆਂ ਨੇ ਤੇ ਇਸ ਸੰਬੰਧ ਵਿੱਚ ਬਚ ਕੇ ਰਹਿਣਾ ਚਾਹੀਦਾ। ਉਹ ਸਿੱਖ ਲੀਡਰ ਜਿਹੜੀ ਕਿਸਾਨੀ ਲੀਡਰਸ਼ਿਪ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ। ਅਜੇ ਤੱਕ ਉਹਨਾਂ ਦਾ ਰੋਲ ਬਹੁਤ ਸਾਰੂ ਰਿਹਾ,
ਪਰ ਅਸੀਂ ਬਲਬੀਰ ਸਿੰਘ ਰਾਜੇਵਾਲ ਨੂੰ ਬਹੁਤ ਹੀ ਸਿਆਣਾ ਲੀਡਰ ਸਮਝਦੇ ਸਨ, ਜਿਨ੍ਹਾਂ ਨੇ ਸਰਕਾਰ ਦੇ ਨਾਲ ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਹੈ। ਪਰ ਅਸੀਂ ਇਸ ਮਸਲੇ ਦੇ ਸਹਿਮਤ ਨਹੀਂ ਕਿ ਉਹਨਾਂ ਨੇ ਨਿਸ਼ਾਨ ਸਾਹਿਬ ਬਾਰੇ ਜਿਹੜੀ ਹੈ ਉਹ ਗੱਲ ਜੋ ਉਹਨਾਂ ਨੇ ਬਿਰਤਾਂਤ ਸਿਰਜਿਆ ਹੈ ਉਹ ਇੱਕ ਚੰਗੀ ਭਾਸ਼ਾ ਨਹੀਂ ਹੈ ਔਰ ਨਾ ਹੀ ਇਸ ਦਾ ਕੋਈ ਚੰਗਾ ਨਤੀਜਾ ਨਿਕਲੇਗਾ। ਇਸ ਸੰਬੰਧ ਵਿੱਚ ਜਿੰਨਾ ਗੁਰੇਜ਼ ਕੀਤਾ ਜਾਏ ਸਿੱਖ ਧਰਮ ਦੀਆਂ ਸਿੱਖ ਧਰਮ ਵਿਰੋਧੀ ਜਿਹੜੀਆਂ ਟਿੱਪਣੀਆਂ ਉਹਨਾਂ ਤੋਂ ਬਾਜ ਆਇਆ ਜਾਵੇ। ਕਿਤੇ ਇੰਜ ਨਾ ਹੋਵੇ ਕਿ ਜਿਹੜੀ ਸਾਡੇ ਵਿੱਚ ਇੱਕ ਜਿਹੜੀ ਸਾਂਝੀਵਾਲਤਾ ਦੀ ਜਿਹੜੀ ਗੱਲ ਚੱਲੀ ਹੈ ਇਸ ਅੰਦੋਲਨ ਦੇ ਦੌਰਾਨ, ਸਿੱਖ ਧਰਮ ਵਿੱਚ ਇੱਕ ਜਜ਼ਬਾ ਹੈ ਕਿ ਗੁਰੂ ਨਾਨਕ ਸਾਡਾ ਜਿਹੜਾ ਹੈ ਉਹ ਸਾਡੇ ਇਸ ਅੰਦੋਲਨ ਦਾ ਜਿਹੜਾ ਆਗੂ ਹੈ, ਉਹ ਜਿਹੜੀ ਹੈ ਸਿੱਖ ਧਰਮ ਦੇ ਵਿੱਚ ਜਿਹੜੀ ਇਹ ਬਿਰਤਾਂਤ ਜੋ ਪੈਦਾ ਹੋ ਰਿਹਾ ਹੈ, ਜੋ ਪੈਦਾ ਹੋ ਚੁੱਕਾ ਹੈ ਕਿ ਉਹਨਾਂ ਨੇ ਆਪਣੇ ਬਾਬਾ ਬਘੇਲ ਸਿੰਘ ਕੋਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਜਜ਼ਬਾ ਬਣਾ ਕੇ ਆਪਣਾ ਜੋ ਇਸ ਅੰਦੋਲਨ ਦੇ ਰਾਹੀਂ ਪ੍ਰਦਰਸ਼ਨ ਕੀਤਾ ਹੈ ਉਸ ਨੂੰ ਗਾਇਬ ਨਹੀਂ ਕੀਤਾ ਜਾਣਾ ਚਾਹੀਦਾ ਤੇ ਨਾ ਹੀ ਉਹਨਾਂ ਦਾ ਖੰਡਨ ਕੀਤਾ ਜਾਣਾ ਚਾਹੀਦਾ, ਕਿਉਂਕਿ ਸਿੱਖ ਧਰਮ ਇਸ ਅੰਦੋਲਨ ਦੀ ਤਾਕਤ ਹੈ। ਪੂਰੇ ਵਰਲਡ ਵਿੱਚ ਸਿੱਖ ਧਰਮ ਫੈਲਿਆ ਹੋਇਆ ਹੈ ਔਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਉਸ ਨੂੰ ਉਸ ਪ੍ਰਵਚਨ ਨੂੰ ਜਿਹੜਾ ਸਿੱਖ ਧਰਮ ਲਾਗੂ ਕਰਨ ਦਾ ਯਤਨ ਕਰ ਰਿਹਾ ਹੈ। ਅਸੀਂ ਇਹ ਵੀ ਸਮਝਦੇ ਹਾਂ ਕਿ ਜਿਸ ਤਰ੍ਹਾਂ ਸਿੱਖ ਧਰਮ ਨੇ ਇਸ ਅੰਦੋਲਨ ਪ੍ਰਤੀ ਆਪਣੀ ਨਿਸ਼ਠਾ ਔਰ ਵਿਸ਼ਵਾਸ ਦਿਖਾਇਆ ਹੈ ਤੇ ਅਸੀਂ ਤੇ ਪੂਰੇ ਵਰਲਡ ਦੀਆਂ ਜਿਹੜੀਆਂ ਅਖਬਾਰਾਂ ਨੇ, ਚਾਹੇ ਉਹ ਨਿਊਯਾਰਕ ਟਾਈਮਜ਼ ਹੈ, ਚਾਹੇ ਉਹ ਡੇਲੀ ਮੇਲ ਹੈ, ਚਾਹੇ ਉਹ ਇੰਗਲੈਂਡ ਦੀ ਗਾਰਡੀਅਨ ਹੈ, ਉਹਦੇ ਵਿੱਚ ਸਿੱਖ ਧਰਮ ਦੀ ਜੋ ਗੱਲ ਕੀਤੀ ਹੈ ਕਿ ਇਸ ਅੰਦੋਲਨ ਦੀ ਤਾਕਤ ਜੋ ਹੈ ਉਹ ਸਿੱਖ ਧਰਮ ਹੈ ਔਰ ਪ੍ਰਵਾਸੀ ਸਿੱਖ ਭਾਈਚਾਰਾ ਹੈ। ਇਹ ਦੋ ਗੱਲਾਂ ਉਹਨਾਂ ਨੇ ਕੀਤੀਆਂ ਨੇ। ਉਹਨਾਂ ਨੇ ਕਿਹਾ ਕਿ ਇਹ ਬਹੁਤ ਵੱਡਾ ਅੰਦੋਲਨ ਹੈ ਔਰ ਸੰਸਾਰ ਇਸ ਵੱਲ ਦੇਖ ਰਿਹਾ ਹੈ ਔਰ ਸਿੱਖ ਧਰਮ ਦੀਆਂ ਉਹ ਸਿੱਧੀਆਂ ਗੱਲਾਂ ਕਰ ਰਹੇ ਨੇ। ਸਾਡਾ ਕੋਈ ਜਿਹੜਾ ਖੱਬੇ ਪੱਖੀਆਂ ਦੇ ਨਾਲ ਜਿਹੜਾ ਕੋਈ ਤਕਰਾਰ ਨਹੀਂ ਹੈ। ਉਹ ਆਪਣੇ ਭਾਵੇਂ ਲਾਲ ਝੰਡੇ ਚੱਕਣ, ਭਾਵੇਂ ਉਹ ਆਪਣੇ ਲੈਨਨ, ਭਾਵੇਂ ਉਹ ਮਾਰਕਸ ਦੀ ਗੱਲ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਇਸ ਗੱਲ ਤੇ ਇਤਰਾਜ਼ ਹੁੰਦਾ ਹੈ ਕਿ ਜਦੋਂ ਉਹ ਸਾਡੇ ਧਰਮ ਤੇ ਟਿੱਪਣੀਆਂ ਕਰਦੇ ਨੇ। ਔਰ ਅਸੀਂ ਇਹ ਵੀ ਸਮਝਦੇ ਹਾਂ ਕਿ ਜਿਹੜਾ ਸਿੱਖ ਧਰਮ ਹੈ ਉਹ ਵਰਲਡ ਦੀ ਤੀਸਰੀ ਤਾਕਤ ਵਜੋਂ ਉੱਭਰ ਰਿਹਾ ਹੈ। ਧਰਮਾਂ ਵਿੱਚੋਂ ਜਦੋਂ ਟਕਰਾਰ ਚੱਲ ਰਹੇ ਨੇ ਪੱਛਮੀਕਰਨ ਤੇ ਇਸਲਾਮ ਦੇ ਦਰਮਿਆਨ, ਸਿੱਖ ਧਰਮ ਇੱਕ ਬਹੁਤ ਵੱਡੀ ਭੂਮਿਕਾ ਨਿਭਾਏਗਾ। ਸਾਨੂੰ ਬਹੁਤ ਵੱਡੀ ਆਸ ਹੈ ਕਿਉਂਕਿ ਗੁਰੂ ਨਾਨਕ ਦੀ ਜੋ ਵਿਚਾਰਧਾਰਾ ਹੈ ਉਹ ਵਿਸ਼ਵ ਦੀ ਵਿਚਾਰਧਾਰਾ ਹੈ, ਉਹ ਵਿਸ਼ਵ ਨੂੰ ਸ਼ਾਂਤੀ ਦੇਗੀ। ਜਿਹੜਾ ਸਿੱਖ ਧਰਮ ਹੈ ਉਹ ਸਰਬਤ ਦੇ ਭਲੇ ਦੇ ਹੱਕ ਵਿੱਚ ਹੈ, ਸ਼ਾਂਤੀ ਦੇ ਹੱਕ ਵਿੱਚ ਹੈ, ਸਰਬਤ ਆਜ਼ਾਦੀ ਦੇ ਹੱਕ ਵਿੱਚ ਹੈ ਔਰ ਲੋਕਾਂ ਨੂੰ ਇਕੱਠੇ ਕਰਕੇ ਇੱਕ ਸੰਗਤ ਵਜੋਂ ਸਿਰਜਣਾ ਚਾਹੁੰਦਾ ਹੈ। ਤੇ ਉਸ ਦਾ ਜਿਹੜਾ ਥਾਟ ਹੈ ਗੁਰੂ ਨਾਨਕ ਵਾਲਾ ਥਾਟ ਹੈ ਵੰਨ-ਸੁਵੰਨਤਾ ਦਾ ਇੱਕੋ ਅਰਥ ਇਹ ਹੈ ਕਿ ਵੱਖ-ਵੱਖ ਸੱਭਿਆਚਾਰ, ਵੱਖ-ਵੱਖ ਧਰਮ ਅਸੀਂ ਇਕੱਠੇ ਬੈਠ ਸਕਦੇ ਹਾਂ, ਇਕੱਠੇ ਵਿਚਾਰ ਕਰ ਸਕਦੇ ਹਾਂ, ਇਕੱਠੇ ਚੱਲ ਸਕਦੇ ਹਾਂ। ਅਸੀਂ ਜਿਹੜੇ ਸਭ ਤੋਂ ਪਹਿਲਾਂ ਮਨੁੱਖ ਹਾਂ ਔਰ ਇੱਕ ਰੱਬ ਦੇ ਬੰਦੇ ਹਾਂ। ਸਾਡਾ ਮਾਰਗ ਜਿਹੜਾ ਹੈ ਉਹ ਵੱਖ-ਵੱਖ ਰੱਬ ਕੋਲ ਜਾਣ ਦਾ ਹੋ ਸਕਦਾ ਹੈ, ਪਰ ਅਸੀਂ ਸਾਰੇ ਲੋਕ ਇੱਕੋ ਤਰ੍ਹਾਂ ਸੋਚਦੇ ਹਾਂ ਔਰ ਅਸੀਂ ਵਿਸ਼ਵ ਭਾਈਚਾਰੇ ਦੇ ਹੱਕ ਵਿੱਚ ਹਾਂ। ਸਿੱਖ ਧਰਮ ਦਾ ਇਹ ਬਹੁਤ ਵੱਡਾ ਸੁਨੇਹਾ ਹੈ। ਐਵੇਂ ਨਹੀਂ ਟਾਈਡਮੀ ਜਿਹੜਾ ਪ੍ਰਸਿੱਧ ਇਤਿਹਾਸਕਾਰ ਜਿਹੜਾ ਈਸਾਈ ਧਰਮ ਵਿੱਚ ਹੋਇਆ, ਉਸਨੇ ਸਾਫ਼ ਕਿਹਾ ਸੀ ਕਿ ਜਿਹੜਾ ਸਿੱਖ ਧਰਮ ਹੈ ਉਹ ਭਵਿੱਖ ਦਾ ਧਰਮ ਹੋਏਗਾ ਔਰ ਸਿੱਖ ਧਰਮ ਹੀ ਵਿਸ਼ਵ ਦੀ ਅਗਵਾਈ ਕਰੇਗਾ। ਮੈਨੂੰ ਇਹ ਜੋ ਕੁਝ ਅੰਦੋਲਨ ਦੇ ਰਾਹੀਂ ਪੂਰੇ ਸੰਸਾਰ ਵਿੱਚ ਸਿੱਖ ਧਰਮ ਦਾ ਇੱਕ ਅਕਸ ਪ੍ਰਗਟ ਹੋ ਰਿਹਾ ਹੈ, ਮੈਨੂੰ ਉਸ ਗੱਲ ਤੇ ਵਿਸ਼ਵਾਸ ਹੋ ਰਿਹਾ ਕਿ ਟਾਈਮ ਵੀ ਜੋ ਸੱਚ ਬੋਲ ਰਿਹਾ ਹੈ ਤੇ ਅਸੀਂ ਜਿਹੜੇ ਸਿੱਖ ਹਾਂ ਗੁਰੂ ਨਾਨਕ ਸਾਹਿਬ ਦਾ ਵਿਸ਼ਵ ਆਰਡਰ ਉਲੀਕਣ ਵਿੱਚ, ਸਮਝਣ ਦੇ ਵਿੱਚ ਔਰ ਲਾਗੂ ਕਰਨ ਵਿੱਚ ਸਫਲ ਹੋਵਾਂਗੇ। ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਆਪ ਜੀ ਤੋਂ ਖਿਮਾ ਮੰਗਦਾ ਹਾਂ ਔਰ ਕਿਸਾਨੀ ਭਾਈਚਾਰੇ ਦੇ ਅੰਦੋਲਨ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰਦਾ ਹੋਇਆ ਆਪ ਜੀ ਤੋਂ ਖਿਮਾ ਦਾ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।